हाँ जी, गुड मॉर्निंग स्टूडेंट्स। सो ਅੱਜ ਦੇ ਲੈਕਚਰ ਦੇ ਵਿੱਚ ਬੇਟਾ ਆਪਾਂ ਨੈਕਸਟ ਟੌਪਿਕ ਆਪਣਾ ਸਟਾਰਟ ਕਰਨਾ ਹੈ ਈਵੀਐਸ ਦਾ, ਦੈਟ ਇਜ਼ ਗਲੋਬਲ ਵਾਰਮਿੰਗ। ਠੀਕ ਹੈ, ਸਾਰਿਆਂ ਨੂੰ ਪਤਾ ਹੀ ਆ ਗਲੋਬਲ ਵਾਰਮਿੰਗ ਬਾਰੇ ਕੀ ਫਿਨੋਮੀਨਾ ਹੈਗਾ ਆ। ਗਲੋਬਲ ਵਾਰਮਿੰਗ ਬੇਸਿਕਲੀ ਕੀ ਆ ਕਿ ਅਰਥ ਦੀ ਜਿਹੜੀ ਸਰਫੇਸ ਹੈਗੀ ਆ, ਅਰਥ ਦੇ ਵਿੱਚ ਜਿਹੜੀ ਹੀਟ ਹੈਗੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ, ਜਿਹਦੇ ਨਾਲ ਕੀ ਆ ਕਿ ਪੂਰੀ ਅਰਥ ਦਾ ਜਿਹੜਾ ਟੈਂਪਰੇਚਰ ਆ ਉਹ ਇਨਕਰੀਜ਼ ਹੋਣ ਲੱਗ ਪੈਂਦਾ ਹੈ। ਠੀਕ ਹੈ, ਇਨਕਰੀਜ਼ ਹੋਣ ਲੱਗ ਪੈਂਦਾ, ਉਹਦੇ ਕਈ ਰੀਜ਼ਨਸ ਆ। ਠੀਕ ਹੈ, ਇਹ ਸਾਰੇ ਪ੍ਰੋਸੈਸ ਨੂੰ ਗਲੋਬਲ ਵਾਰਮਿੰਗ ਕਹਿੰਦੇ ਆ। ਸੋ ਵਾਟ ਇਜ਼ ਗਲੋਬਲ ਵਾਰਮਿੰਗ? ਗਲੋਬਲ ਵਾਰਮਿੰਗ ਇਜ਼ ਵੈਨ ਦਾ ਅਰਥ ਹੀਟ ਅਪਸ ਐਂਡ ਦ ਟੈਂਪਰੇਚਰ ਇਨਕਰੀਜ਼। ਠੀਕ ਹੈ, ਧਰਤੀ ਦਾ ਟੈਂਪਰੇਚਰ ਵੱਧ ਜਾਵੇ। ਕਿਉਂ ਵੱਧ ਜਾਵੇ? ਧਰਤੀ ਦੇ ਵਿੱਚ ਹੀਟ ਜ਼ਿਆਦਾ ਹੋਣ ਦੇ ਨਾਲ। ਠੀਕ ਹੈ ਜੀ। More recently, the temperatures have been rising, causing more danger for people, animal, plant and our environment. ਠੀਕ ਹੈ, ਹੁਣ ਟੈਂਪਰੇਚਰ ਜਿਹੜਾ ਵੱਧ ਜਾਂਦਾ ਹੈ ਉਹਦੇ ਨਾਲ ਬਹੁਤ ਤਰ੍ਹਾਂ ਦੇ ਇਫੈਕਟਸ ਪੈਂਦੇ ਆ, ਮਾੜੇ ਇਫੈਕਟਸ ਪੈਂਦੇ ਆ। ਕਿਹਦੇ ਉੱਪਰ? ਸਾਡੇ ਇਨਵਾਇਰਨਮੈਂਟ ਦੇ ਉੱਪਰ, ਐਨੀਮਲਸ ਦੇ ਉੱਪਰ, ਪਲਾਂਟਸ ਦੇ ਉੱਪਰ। ਠੀਕ ਹੈ, ਸੋ ਇਹ ਸਾਰਾ ਰੀਜ਼ਨ ਹੈਗਾ ਆ ਗਲੋਬਲ ਵਾਰਮਿੰਗ ਦਾ। ਠੀਕ ਹੈ, ਸੋ ਜਿਹੜੀ ਹੁਣ ਬੇਟਾ ਗਲੋਬਲ ਵਾਰਮਿੰਗ ਹੈਗੀ ਆ, ਇਹ ਕਿਉਂ ਹੁੰਦੀ ਆ? ਗ੍ਰੀਨ ਹਾਊਸ ਇਫੈਕਟ ਕਰਕੇ। ਠੀਕ ਹੈ, ਸੋ ਵਾਟ ਇਜ਼ ਗ੍ਰੀਨ ਹਾਊਸ ਇਫੈਕਟ? The greenhouse effect is when the temperature goes up on earth, since the sun heat and light energy is trapped in the earth atmosphere. While the heat from the sun enters our atmosphere, the heat has trouble leaving back out the atmosphere. ਸੋ ਗ੍ਰੀਨ ਹਾਊਸ ਇਫੈਕਟ ਕਿਹਨੂੰ ਕਹਿੰਦੇ ਆ? ਜਦੋਂ ਸਨ ਦੀ ਜਿਹੜੀ ਲਾਈਟ ਆ, ਸਨ ਦੀ ਜਿਹੜੀ ਹੀਟ ਆ ਅਰਥ ਤੇ ਆਉਂਦੀ ਆ। ਠੀਕ ਹੈ, ਨਾਰਮਲੀ ਕੀ ਹੁੰਦੀ ਆ, ਅਰਥ ਦੀ ਸਰਫੇਸ ਦੇ ਨਾਲ ਸਟਰਾਈਕ ਕਰਕੇ ਸਪੇਸ ਦੇ ਵਿੱਚ ਵਾਪਸ ਚਲ ਜਾਂਦੀ ਆ। ਬਟ ਜਦੋਂ ਸਾਡੇ ਇਨਵਾਇਰਨਮੈਂਟ ਦੇ ਵਿੱਚ ਕਾਰਬਨ ਡਾਈਆਕਸਾਈਡ ਪਲੱਸ ਕੁਝ ਹੋਰ ਤਰ੍ਹਾਂ ਦੇ ਪੋਲਿਊਟੈਂਟਸ, ਗੈਸਿਸ, ਹਾਰਮਫੁਲ ਗੈਸਿਸ ਜਦੋਂ ਹੋਣਗੀਆਂ, ਉਹ ਹੀਟ ਨੂੰ ਅਬਜ਼ੌਰਬ ਕਰ ਲੈਂਦੀਆਂ ਆ, ਹੀਟ ਨੂੰ ਇਨਵਾਇਰਨਮੈਂਟ ਤੋਂ ਬਾਹਰ ਨਹੀਂ ਜਾਣ ਦਿੰਦੀਆਂ। ਠੀਕ ਹੈ, ਤੇ ਜਦੋਂ ਉਹ ਸਨ ਦੀ એનર્ਜੀ ਹੀਟ ਅਰਥ ਤੇ ਹੀ ਰਹਿ ਜਾਵੇ, ਅਰਥ ਤੋਂ ਸਰਫੇਸ ਤੋਂ, ਅਰਥ ਦੀ ਇਨਵਾਇਰਨਮੈਂਟ ਤੋਂ ਬਾਹਰ ਨਾ ਜਾਵੇ, ਉਹਨੂੰ ਕਹਿੰਦੇ ਆ ਗ੍ਰੀਨ ਹਾਊਸ ਇਫੈਕਟ। ਤੇ ਉਹਦੇ ਨਾਲ ਹੀ ਫਿਰ ਗਲੋਬਲ ਵਾਰਮਿੰਗ ਇਨਕਰੀਜ਼ ਹੋ ਰਹੀ ਹੈ। ਠੀਕ ਹੈ, ਠੀਕ ਹੈ, ਆ ਇੱਕ ਸਿੰਪਲ ਜੀ ਐਗਜ਼ਾਮਪਲ ਆ। ਸੋਲਰ ਰੇਡੀਏਸ਼ਨਸ ਜਿਹੜੀਆਂ ਹੈਗੀਆਂ ਅਰਥ ਤੇ ਆਈਆਂ। ਠੀਕ ਆ, ਸੋਲਰ ਰੇਡੀਏਸ਼ਨਸ ਰਿਫਲੈਕਟ ਹੋ ਗਈਆਂ ਅਰਥ ਨੂੰ ਹੀਟ ਪ੍ਰੋਵਾਈਡ ਕਰਕੇ। ਉਹਦੇ ਨਾਲ ਕੀ ਆ, ਹੀਟ ਇੰਨੀ ਜ਼ਿਆਦਾ ਇਨਕਰੀਜ਼ ਨਹੀਂ ਹੋਏਗੀ ਅਰਥ ਤੇ। ਬਟ ਜਦੋਂ ਕਈ ਤਰ੍ਹਾਂ ਦੀਆਂ ਗੈਸਿਸ ਅਰਥ ਦੇ ਉੱਪਰ ਆ ਗਈਆਂ, ਸਰਫੇਸ ਐਟਮੋਸਫੇਅਰ ਦੇ ਵਿੱਚ ਆ ਗਈਆਂ, ਉਹਨਾਂ ਨੇ ਕੀ ਕਰ ਲਿਆ? ਅਬਜ਼ੌਰਬ ਕਰ ਲਿਆ ਹੀਟ ਤੇ। ਕਿਹਦੀ ਹੀਟ ਨੂੰ? ਸਨ ਦੀ ਹੀਟ ਨੂੰ। ਤੇ ਉਹਦੇ ਨਾਲ ਅਰਥ ਦਾ ਟੈਂਪਰੇਚਰ ਇਨਕਰੀਜ਼ ਹੋ ਗਿਆ। ਹੁਣ ਕੀ ਰੀਜ਼ਨਸ ਨੇ ਗਲੋਬਲ ਵਾਰਮਿੰਗ ਪਲੱਸ ਗ੍ਰੀਨ ਹਾਊਸ ਇਫੈਕਟ ਦੇ? ਸਭ ਤੋਂ ਪਹਿਲਾਂ ਹੈਗਾ ਇਹ ਪੋਲਿਊਸ਼ਨ। ਠੀਕ ਹੈ, ਜਿੰਨਾ ਵੀ ਆਪਾਂ ਪੋਲਿਊਸ਼ਨ ਪੈਦਾ ਕਰਦੇ ਹਾਂ ਫੋਸਿਲ ਫਿਊਲ ਤੋਂ, ਇਲੈਕਟ੍ਰਿਸਿਟੀ ਬਣਾਉਣ ਤੋਂ, ਪਲੱਸ ਹੋਰ ਵੀ ਜਿੰਨੀ ਵੀ ਤਰ੍ਹਾਂ ਦਾ ਪੋਲਿਊਸ਼ਨ ਆ, ਸਭ ਤੋਂ ਜ਼ਿਆਦਾ ਮੇਨ ਵੱਡਾ ਰੀਜ਼ਨ 에ਅਰ ਪੋਲਿਊਸ਼ਨ ਹੈਗਾ ਆ, ਜਿਹਦੇ ਨਾਲ ਗਲੋਬਲ ਵਾਰਮਿੰਗ ਇਨਕਰੀਜ਼ ਹੋ ਰਹੀ ਆ। ਫੈਕਟਰੀਆਂ ਤੋਂ ਜਿਹੜਾ ਧੂੰਆਂ ਨਿਕਲ ਰਿਹਾ ਆ, ਸਾਡੇ ਵਹੀਕਲਸ ਤੋਂ ਜਿਹੜਾ ਧੂੰਆਂ ਨਿਕਲ ਰਿਹਾ ਆ, ਆਪਾਂ ਅੱਗ ਲਾਉਂਦੇ ਆ ਕਿਸੇ ਜਗ੍ਹਾ ਤੇ ਉਹ ਜਿਹੜਾ ਧੂੰਆਂ ਹੋ ਰਿਹਾ, ਉਹ ਸਾਰਾ ਸਾਡੇ ਇਨਵਾਇਰਨਮੈਂਟ ਦੇ ਵਿੱਚ ਜਾ ਰਿਹਾ ਹੈ। ਤੇ ਇਨਵਾਇਰਨਮੈਂਟ ਦੇ ਵਿੱਚ ਜਾ ਕੇ ਫੇਰ ਕੀ ਹੋ ਰਿਹਾ ਆ, ਜਿਹੜੀ ਸਨ ਦੀ ਲਾਈਟ ਆ ਰਹੀ ਆ, ਹੀਟ ਆ ਰਹੀ ਆ, ਉਹ ਪੋਲਿਊਸ਼ਨ ਦੇ ਵਿੱਚ ਟਰੈਪ ਹੋ ਜਾਂਦੀ ਆ, ਪੋਲਿਊਸ਼ਨ ਉਹਨੂੰ ਅਬਜ਼ੌਰਬ ਕਰ ਲੈਂਦਾ ਆ, ਤੇ ਉਸ ਤੋਂ ਬਾਅਦ ਅਰਥ ਦਾ ਟੈਂਪਰੇਚਰ ਇਨਕਰੀਜ਼ ਹੋ ਜਾਂਦਾ। ਠੀਕ ਹੈ, ਮੇਨ ਜਿਹੜੇ ਰੀਜ਼ਨ ਹੈਗੇ ਆ ਉਹ ਉਹੀ ਨੇ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਲੋਰੋਫਲੋਰੋਕਾਰਬਨ। ਠੀਕ ਹੈ, ਇਹ ਕੁਝ ਮੇਨ ਰੀਜ਼ਨਸ ਨੇ ਗਲੋਬਲ ਵਾਰਮਿੰਗ ਤੇ ਇਨਕਰੀਜ਼ ਹੋਣ ਦੇ। ਹੁਣ ਗਲੋਬਲ ਵਾਰਮਿੰਗ ਦਾ ਰਿਜ਼ਲਟ ਕੀ ਹੈ? ਕੀ ਰਿਜ਼ਲਟ ਨਿਕਲਦਾ ਹੈ ਜੇ ਗਲੋਬਲ ਵਾਰਮਿੰਗ ਇਸੇ ਤਰ੍ਹਾਂ ਚੱਲਦੀ ਰਹੇ? ਗਲੋਬਲ ਵਾਰਮਿੰਗ ਇਜ਼ ਅਫੈਕਟਿੰਗ ਮੈਨੀ ਪਾਰਟਸ ਆਫ ਦੀ ਵਰਲਡ ਇਨਕਲੂਡਿੰਗ ਮੈਲਟਿੰਗ ਗਲੇਸ਼ੀਅਰਸ। ਠੀਕ ਹੈ, ਸਭ ਤੋਂ ਜਿਹੜਾ ਮੇਨ ਬੇਟਾ ਰੀਜ਼ਨ ਹੈਗਾ ਆ ਗਲੋਬਲ ਵਾਰਮਿੰਗ ਦੇ ਇਨਕਰੀਜ਼ ਹੋਣ ਦੇ ਨਾਲ, ਉਹ ਹੈਗਾ ਜਿਹੜੇ ਸਾਡੇ ਅੰਟਾਰਕਟਿਕਾ ਦੇ ਵਿੱਚ ਗਲੇਸ਼ੀਅਰਸ ਨੇ। ਠੀਕ ਹੈ, ਜਿਹੜੀ ਸਾਡੀ ਬਰਫ਼ ਆ ਅੰਟਾਰਕਟਿਕਾ ਦੇ ਵਿੱਚ ਜੰਮੀ ਹੋਈ, ਪਲੱਸ ਜਿਹੜੇ ਵੈਸੇ ਵੀ ਆਪਣੇ ਪਹਾੜ ਹੈਗੇ ਜਿੱਥੇ ਬਰਫ਼ ਹੁੰਦੀ ਆ, ਜਦ ਟੈਂਪਰੇਚਰ ਅਰਥ ਦਾ ਇਨਕਰੀਜ਼ ਹੋਣ ਲੱਗ ਪਿਆ ਤਾਂ ਉਹ ਜਿਹੜੀ
ਆਈਸ ਹੈਗੀ ਆ ਉਹ ਸਾਰੀ ਮੈਲਟ ਹੋ ਜਾਣੀ। ਠੀਕ ਹੈ, ਉਹ ਮੈਲਟ ਹੋ ਕੇ ਕਿੱਥੇ ਜਾਣੀ ਆ ਆਈਸ ਸਾਰੀ, ਸੀ ਦੇ ਵਿੱਚ ਜਾਣੀ, ਸਮੁੰਦਰ ਦੇ ਵਿੱਚ ਜਾਣੀ ਆ। ਉਹਦੇ ਨਾਲ ਸੀ ਲੈਵਲ ਇਨਕਰੀਜ਼ ਹੋਏਗਾ। ਸੀ ਲੈਵਲ ਇਨਕਰੀਜ਼ ਹੋਣ ਦੇ ਨਾਲ ਕੀ ਹੋਏਗਾ, ਜਿਹੜੇ ਸਮੁੰਦਰ ਦੇ ਕੰਢੇ ਤੇ ਜਿਹੜੇ ਕੰਟਰੀਜ਼ ਹੈਗੀਆਂ ਉਹ ਸਾਰੀਆਂ ਹੌਲੀ ਹੌਲੀ ਡੁੱਬਣ ਲੱਗ ਪਣਗੀਆਂ, ਕਿਉਂਕਿ ਪਾਣੀ ਦਾ ਪੱਧਰ ਬਹੁਤ ਵੱਧ ਜਾਣਾ ਹੈ। ਠੀਕ ਹੈ, ਪਲੱਸ ਅਰਥ ਦਾ ਟੈਂਪਰੇਚਰ ਬਹੁਤ ਇਨਕਰੀਜ਼ ਹੋ ਜਾਣਾ ਹੈ ਤੇ ਇੱਥੇ ਰਹਿਣਾ ਬਹੁਤ ਮੁਸ਼ਕਲ ਹੋ ਜਾਣਾ ਆ, ਐਸਿਡ ਰੇਨ ਹੋਣ ਲੱਗ ਪਣੀਆਂ ਆ। ਠੀਕ ਹੈ, ਸੋ ਫੋਰੈਸਟ ਖਤਮ ਹੋ ਜਾਣੇ ਆ, ਐਨੀਮਲਸ ਖਤਮ ਹੋਣ ਲੱਗ ਪਣੇ ਆ, ਕਿਉਂਕਿ ਐਨੀਮਲਸ ਕਈ ਜ਼ਿਆਦਾ ਟੈਂਪਰੇਚਰ ਦੇ ਵਿੱਚ ਨਹੀਂ ਰਹਿ ਸਕਦੇ। ਸੋ ਇਹ ਸਾਰੇ ਕੁਝ ਰੀਜ਼ਨਸ ਹੈਗੇ ਆ ਜਿਹਦੇ ਨਾਲ ਗਲੋਬਲ ਵਾਰਮਿੰਗ ਦੇ ਕੀ ਰਿਜ਼ਲਟ ਨੇ, ਕੀ ਗਲੋਬਲ ਵਾਰਮਿੰਗ ਦੇ ਨਾਲ ਕੀ ਕੀ ਹੋਏਗਾ, ਇਹ ਕੁਝ ਮੇਨ ਪੁਆਇੰਟਸ ਸੀਗੇ। ਨੈਕਸਟ ਬੇਟਾ ਟੌਪਿਕ ਹੈਗਾ ਸਾਡਾ ਗ੍ਰੀਨ ਬਿਲਡਿੰਗ। ਠੀਕ ਹੈ, ਇੱਕ ਟੌਪਿਕ ਸਾਡਾ ਸੀਗਾ ਓਜ਼ੋਨ ਲੇਅਰ ਡਿਪਲੀਸ਼ਨ, ਉਹ ਮੈਂ ਤੁਹਾਨੂੰ ਆਲਰੇਡੀ ਕਰਵਾਤਾ ਹੋਇਆ ਸੀ। ਓਜ਼ੋਨ ਲੇਅਰ ਡਿਪਲੀਸ਼ਨ ਕਿਉਂ ਹੁੰਦੀ ਆ, ਕਲੋਰੋਫਲੋਰੋਕਾਰਬਨ ਦੇ ਨਾਲ ਪਲੱਸ ਕਈ ਹਾਰਮਫੁਲ ਗੈਸਿਸ ਦੇ ਨਾਲ ਜਿਹੜਾ ਓਜ਼ੋਨ ਲੇਅਰ ਹੈਗੀ ਆ ਉਹ ਖਰਾਬ ਹੋ ਜਾਂਦੀ ਆ। ਓਜ਼ੋਨ ਲੇਅਰ ਕੀ ਕਰਦੀ ਆ, ਸਾਨੂੰ ਸਨ ਦੀਆਂ ਹਾਰਮਫੁਲ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਤੋਂ ਬਚਾਉਂਦੀ ਆ। ਠੀਕ ਹੈ, ਸੋ ਉਹ ਓਜ਼ੋਨ ਲੇਅਰ ਖਰਾਬ ਹੋਣ ਦੇ ਨਾਲ ਕੀ ਆ ਕਿ ਅਰਥ ਦੇ ਉੱਪਰ ਹਾਰਮਫੁਲ ਰੇਡੀਏਸ਼ਨਸ ਪਹੁੰਚ ਗਈਆਂ, ਜਿਹਦੇ ਨਾਲ ਹਿਊਮਨਸ, ਪਲਾਂਟ ਸਾਰਿਆਂ ਨੂੰ ਖਤਰਾ ਹੁੰਦਾ ਹੈ। ਠੀਕ ਹੈ ਜੀ, ਨੈਕਸਟ ਕੰਸੈਪਟ ਹੈਗਾ ਬੇਟਾ ਸਾਡਾ ਗ੍ਰੀਨ ਬਿਲਡਿੰਗ। ਸੋ what is green building? Green building, also known as green construction or sustainable building, expands and complements the building design concern of economy, utility, durability and comfort. So green building ਕੀ ਹੈਗੀ ਆ, ਇੱਕ ਇਸ ਤਰ੍ਹਾਂ ਦਾ concept ਸ਼ੁਰੂ ਬੇਟਾ ਕੀਤਾ ਗਿਆ ਆ ਕਿ ਜਿੰਨੇ ਵੀ ਬਿਲਡਿੰਗਸ ਬਣਨਗੀਆਂ, ਠੀਕ ਹੈ, ਉਹਨਾਂ ਦੀ ਸਾਨੂੰ ਕਾਰਪੋਰੇਸ਼ਨ ਵੱਲੋਂ ਜਾਂ ਗਵਰਨਮੈਂਟ ਵੱਲੋਂ ਜਿਹੜੀ ਸਰਟੀਫਿਕੇਟ ਮਿਲਦਾ ਹੈ, ਐਨਓਸੀ ਮਿਲਦੀ ਆ, ਉਹ ਤਾਂ ਹੀ ਮਿਲੇਗੀ ਅਗਰ ਸਾਡੀ ਬਿਲਡਿੰਗ ਗ੍ਰੀਨ ਹੋਏਗੀ। ਠੀਕ ਹੈ, ਕਿੰਦਾ ਗ੍ਰੀਨ ਹੋਏਗੀ ਕਿ ਜਿਹੜਾ ਆਪਾਂ ਉਹਦੇ ਵਿੱਚ ਮਟੀਰੀਅਲ ਯੂਜ਼ ਕੀਤੇ ਉਹ ਰੀਸਾਈਕਲਡ ਮਟੀਰੀਅਲ ਯੂਜ਼ ਕੀਤੇ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਐਫੀਸ਼ੀਐਂਸੀਜ਼, ਇਲੈਕਟ੍ਰੀਕਲ ਐਫੀਸ਼ੀਐਂਸੀਜ਼ ਹੈਗੀਆਂ, ਯਾਨੀ ਕਿ ਆਪਾਂ ਬਾਹਰਲੀ ਜਿਹੜੀ ਨੈਚੁਰਲ ਲਾਈਟ ਆ ਉਹਨੂੰ ਵੱਧ ਤੋਂ ਵੱਧ ਯੂਜ਼ ਕਰੀਏ। ਠੀਕ ਹੈ, ਕੰਸਟਰਕਸ਼ਨ ਵੇਲੇ ਕੋਈ ਐਕਸਟਰਾ ਪੋਲਿਊਸ਼ਨ ਨਾ ਹੋਵੇ। ਠੀਕ ਹੈ, ਨੋਇਸ ਪੋਲਿਊਸ਼ਨ ਪਲੱਸ 에ਅਰ ਪੋਲਿਊਸ਼ਨ, ਸੈਂਡ ਪੋਲਿਊਸ਼ਨ। ਸੋ ਇਸ ਤਰ੍ਹਾਂ ਦੇ ਕਈ ਫੈਕਟਰਸ ਨੂੰ ਮਿਲਾ ਕੇ ਇੱਕ ਗ੍ਰੀਨ ਬਿਲਡਿੰਗ ਕੰਸੈਪਟ ਲਿਆਂਦਾ ਗਿਆ ਕਿ ਆਪਾਂ ਪਲਾਂਟਸ ਲਗਾਈਏ ਬਿਲਡਿੰਗ ਦੇ ਵਿੱਚ। ਸੋ ਇਹ ਹਾਲੇ ਜਿਹੜਾ ਕੰਸੈਪਟ ਆ ਇਹ ਐਪਲੀਕੇਬਲ ਹੈਗਾ ਆ ਕਮਰਸ਼ੀਅਲ ਬਿਲਡਿੰਗਸ ਦੇ ਵਿੱਚ। ਠੀਕ ਹੈ, ਜਿਹੜੀ ਕਮਰਸ਼ੀਅਲ ਬਿਲਡਿੰਗ ਬਣੇਗਾ, ਕੋਈ ਮਾਲ ਬਣੇਗਾ, ਠੀਕ ਹੈ, ਜਾਂ ਕੋਈ ਸਰਕਾਰੀ ਆਫਿਸ ਬਣੇਗਾ, ਉਹ ਗ੍ਰੀਨ ਬਿਲਡਿੰਗ ਦੇ ਕੋਡ ਦੇ ਅੰਡਰ ਬਣਨਾ ਚਾਹੀਦਾ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਜਿਹੜੀਆਂ ਸਾਨੂੰ ਇੰਪਲੀਮੈਂਟ ਕਰਨੀਆਂ ਪੈਂਦੀਆਂ ਤਾਂ ਜੋ ਸਾਨੂੰ ਗ੍ਰੀਨ ਬਿਲਡਿੰਗ ਦਾ ਸਰਟੀਫਿਕੇਟ ਮਿਲ ਸਕੇ। ਠੀਕ ਹੈ, ਸੋ ਕੀ ਆਬਜੈਕਟਿਵਸ ਨੇ ਗ੍ਰੀਨ ਬਿਲਡਿੰਗ ਦੇ? Green buildings are designed to reduce the overall impact on human health and the natural environment by the following ways: using energy, water and other resources efficiently। कि ਆਪਾਂ ਜਿੰਨੇ ਵੀ ਬਿਲਡਿੰਗ ਦੇ ਵਿੱਚ એનર્ਜੀ ਸੋਰਸ ਯੂਜ਼ ਕਰਨੇ ਆ, ਵਾਟਰ ਯੂਜ਼ ਕਰਨਾ ਆ, ਉਹ ਐਫੀਸ਼ੀਐਂਟਲੀ ਯੂਜ਼ ਕਰੀਏ, ਵੇਸਟੇਜ ਨਾ ਕਰੀਏ। ਬਾय ਰਿਡਿਊਸਿੰਗ ਵੇਸਟ, ਪੋਲਿਊਸ਼ਨ ਐਂਡ ਇਨਵਾਇਰमेंटल ਡੀਗ੍ਰੇਡੇਸ਼ਨ। ਠੀਕ ਹੈ, ਜਿੰਨਾ ਵੀ ਆਪਾਂ ਮਟੀਰੀਅਲ ਯੂਜ਼ ਕਰਨਾ ਹੈ, ਉਸ ਬਿਲਡਿੰਗ ਤੋਂ ਜੋ ਵੀ ਪੋਲਿਊਸ਼ਨ ਨਿਕਲਦਾ ਹੈ ਉਹਨੂੰ ਘੱਟ ਤੋਂ ਘੱਟ ਕੀਤਾ ਜਾਵੇ। ਠੀਕ ਹੈ, ਸੋ ਫੰਡਾਮੈਂਟਲਸ ਕੀ ਨੇ ਗ੍ਰੀਨ ਬਿਲਡਿੰਗ ਦੇ? ਸਭ ਤੋਂ ਪਹਿਲਾ ਹੈਗਾ ਸਟਰਕਚਰ ਡਿਜ਼ਾਈਨ ਐਫੀਸ਼ੀਐਂਸੀ। ਜਿਹੜਾ ਡਿਜ਼ਾਈਨ ਆ ਬਿਲਡਿੰਗ ਦਾ ਉਹ ਐਫੀਸ਼ੀਐਂਟ ਹੋਣਾ ਚਾਹੀਦਾ। ਕਿਸ ਮਾਇਨੇ 'ਚ ਐਫੀਸ਼ੀਐਂਟ ਹੋਣਾ ਚਾਹੀਦਾ? ਕਿ ਜਿਹੜੀ ਬਾਹਰਲੀ ਨੈਚੁਰਲ ਸਨਲਾਈਟ ਆ ਉਹ ਮੈਕਸਿਮਮ ਟੂ ਮੈਕਸਿਮਮ ਅੰਦਰ ਆ ਸਕੇ। ਵਿੰਡੋਜ਼ ਹੋਣੀਆਂ ਚਾਹੀਦੀਆਂ ਤਾਂ ਜੋ ਜਿਹੜੀ ਨੈਚੁਰਲ ਏਅਰ ਅੰਦਰ ਆ ਸਕੇ, ਵੈਂਟੀਲੇਸ਼ਨ ਹੋ ਸਕੇ, ਸਾਨੂੰ ਏਸੀ ਦੀ ਜ਼ਰੂਰਤ ਘੱਟ ਤੋਂ ਘੱਟ ਪਵੇ। ਐਨਰਜੀ ਐਫੀਸ਼ੀਐਂਸੀ, ਜਿਹੜੀ ਅੰਦਰ ਇਲੈਕਟ੍ਰਿਸਿਟੀ ਯੂਜ਼ ਹੋਣੀ ਆ, ਉਹਨੇ એનર્ਜੀ ਯੂਜ਼ ਕਰਨੀ ਆ ਬਿਲਡਿੰਗ ਨੇ, ਉਹ ਘੱਟ ਤੋਂ ਘੱਟ ਯੂਜ਼ ਹੋਵੇ। ਠੀਕ ਹੈ, ਉਹ ਕਿਸ ਤਰ੍ਹਾਂ ਘੱਟ ਯੂਜ਼ ਹੋ ਸਕਦੀ? ਨੈਚੁਰਲ ਲਾਈਟ ਦੇ ਨਾਲ, ਵੈਂਟੀਲੇਸ਼ਨ ਦੇ ਨਾਲ। ਉਨੇ ਹੀ ਫੈਨ, ਲਾਈਟ ਸਾਨੂੰ ਘੱਟ ਲਗਾਉਣੀਆਂ ਪੈਣਗੀਆਂ। ਵਾਟਰ ਐਫੀਸ਼ੀਐਂਸੀ, ਜਿਹੜੀ ਬਿਲਡਿੰਗ ਆ ਉਹਦੇ ਵਿੱਚ ਜਿਹੜਾ ਵਾਟਰ ਯੂਜ਼ ਹੋਣਾ ਉਹਨੂੰ ਪ੍ਰੋਪਰ ਐਫੀਸ਼ੀਐਂਟ ਵੇ ਦੇ ਨਾਲ ਯੂਜ਼ ਕਰੀਏ। ਜਿਹੜੀਆਂ ਟੈਪਸ ਹੈਗੀਆਂ ਆਟੋਮੈਟਿਕ ਟੈਪਸ ਲਾਈਏ ਤਾਂ ਜੋ ਕੋਈ ਖੁੱਲੀ ਨਾ ਛੱਡ ਸਕੇ, ਪਾਣੀ ਦੀ ਵੇਸਟੇਜ ਨਾ ਹੋਵੇ, ਮਟੀਰੀਅਲ ਘੱਟ ਤੋਂ ਘੱਟ ਲੱਗੇ ਤੇ ਵੇਸਟ ਘੱਟ ਤੋਂ ਘੱਟ ਪ੍ਰੋਡਿਊਸ ਹੋਵੇ। ਠੀਕ ਹੈ, ਸੋ ਸਟਰਕਚਰ ਐਫੀਸ਼ੀਐਂਸੀ ਦੇ ਵਿੱਚ ਕੀ ਆਉਂਦਾ ਆ ਕਿ
ਆਪਾਂ ਸੋਲਰ ਪਲਾਂਟ ਲਗਾਈਏ, ਠੀਕ ਹੈ, ਉਹਦੀ ਲੇਆਊਟ ਕੁਛ ਇਸ ਤਰ੍ਹਾਂ ਦੀ ਹੋਵੇ ਕਿ ਨੈਚੁਰਲ ਸਨਲਾਈਟ ਅੰਦਰ ਆ ਸਕੇ, 에ਅਰ ਕੰਡੀਸ਼ਨਿੰਗ ਦੀ ਯੂਜ਼ ਘੱਟ ਤੋਂ ਘੱਟ ਹੋਵੇ, ਠੀਕ ਹੈ। ਵਾਟਰ ਐਫੀਸ਼ੀਐਂਸੀ ਆਪਾਂ ਰੇਨ ਵਾਟਰ ਹਾਰਵੈਸਟਿੰਗ ਦਾ ਯੂਜ਼ ਕਰੀਏ, ਮਟੀਰੀਅਲ ਐਫੀਸ਼ੀਐਂਸੀ ਰੀਸਾਈਕਲਡ ਮਟੀਰੀਅਲ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰੀਏ, ਸੋਲਰ ਪੈਨਲ ਲਗਾਈਏ, ਠੀਕ ਹੈ। ਤੇ ਪੂਰੀ ਬਿਲਡਿੰਗ ਦੇ ਵਿੱਚ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਆ ਉਹਨੂੰ ਇੰਪਲੀਮੈਂਟ ਕਰੀਏ ਤਾਂ ਜੋ ਜਿਹੜਾ ਵੇਸਟ ਆ ਉਹ ਘੱਟ ਤੋਂ ਘੱਟ ਪ੍ਰੋਡਿਊਸ ਹੋ ਸਕੇ, ਠੀਕ ਹੈ। ਸੋ ਇਹ ਬੇਟਾ ਸੀਗਾ ਤੁਹਾਡਾ ਅੱਜ ਦਾ ਲੈਕਚਰ, ਤੇ ਇੱਕ ਦੋ ਟੌਪਿਕ ਰਹਿ ਗਏ ਨੇ ਉਹ ਨੈਕਸਟ ਲੈਕਚਰ ਤੁਹਾਨੂੰ ਕਰਵਾ ਦਾਂਗੇ, ਉਸ ਤੋਂ ਬਾਅਦ ਤੁਹਾਡਾ ਸਿਲੇਬਸ ਖਤਮ ਹੈ।